आओ साध संगत जी, सब तो पहला मैं आप जी नूं ਵਧਾਈ ਦਿੰਦਾ ਹਾਂ। श्री गुरु नानक देव सच्चे पातशाह महाराज ਦੇ ਪ੍ਰਕਾਸ਼ ਪੁਰਬ ਨੂੰ ਲੱਖ ਲੱਖ ਵਧਾਈ ਹੋਵੇ ਸਾਧ ਸੰਗਤ ਨੂੰ। ਜਾਂ ਹੁਣ ਮੈਂ ਬੇਨਤੀ ਕਰਦਾ ਹਾਂ, ਭਾਈ ਕਰਨਜੀਤ ਸਿੰਘ ਜੀ ਕਥਾਵਾਚਕ ਹਜ਼ੂਰੀ ਕਥਾਵਾਚਕ ਨੇ ਸੁਲਤਾਨਪੁਰ ਲੋਧੀ ਦੇ, ਇੱਥੇ ਉਹਨਾਂ ਨੇ ਨਿਹਾਲ ਕਰਨਾ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤਿਨ ਬੇਦੀਅਨ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਾਏ, ਜਹ ਤਹ ਭਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਭਾਈ ਮਰਦਾਨਾ ਜੀ ਦੀਵਾਨ ਹਾਲ ਦੇ ਵਿੱਚ ਸੰਧਿਆ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਗਰੀਬ ਨਵਾਜ ਸਾਹਿਬ ਜੀ ਕੀ ਅੰਮ੍ਰਿਤ ਬਾਣੀ ਦੇ ਕੀਰਤਨ ਹੋਏ। ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਬਾਬਾ ਜੀ ਦੇ ਦਰ ਦੇ ਵਜ਼ੀਰ ਗਿਆਨੀ ਮਲਕੀਤ ਸਿੰਘ ਜੀ, ਜੋ ਮਹਾਰਾਜ ਸਾਹਿਬ ਜੀ ਦੀ ਸੇਵਾ ਦੇ ਵਿੱਚ ਚੌਰ ਸਾਹਿਬ ਦੀ ਸੇਵਾ ਕਰ ਰਹੇ ਹਨ, ਤਿੰਨਾਂ ਨੇ ਬੜੇ ਪਿਆਰ ਦੇ ਨਾਲ ਸੋਦਾ ਰਹਿਰਾ ਸਾਹਿਬ ਜੀ ਕੀ ਅੰਮ੍ਰਿਤ ਬਾਣੀ ਦਾ ਨਿਤਨੇਮ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਅੰਦਰ ਕੀਤਾ। ਅਰਦਾਸ ਬੇਨਤੀ ਹੋਈ, ਸ਼ਬਦ ਕੀਰਤਨ ਹੋਇਆ ਔਰ ਭੁਜੰਗੀ ਭਾਈ ਮਹਿਕਪ੍ਰੀਤ ਸਿੰਘ, ਜਿਸ ਨੇ ਸਿੱਖੀ ਦੇ ਸੰਬੰਧ ਦੇ ਵਿੱਚ ਇੱਕ ਕਵਿਤਾ ਗੁਰੂ ਕੀਆਂ ਸੰਗਤਾਂ ਨੂੰ ਸਰਵਣ ਕਰਵਾਈ ਹੈ ਵੀ ਸਿੱਖੀ ਕਿੰਨੀ ਮਹਾਨ ਹੈ। ਸਿੱਖੀ ਸਾਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਤੇ ਇਸ ਸਿੱਖੀ ਨੂੰ ਪ੍ਰਾਪਤ ਕਰਨ ਵਾਸਤੇ ਕਿੰਨੀਆਂ ਕੁਰਬਾਨੀਆਂ ਹੋਈਆਂ ਹਨ। ਕਿੱਡੀ ਵੱਡੀ ਹੈ ਗੁਰੂ ਕੀ ਸਿੱਖੀ। ਆਪਾਂ ਵੀ ਗੁਰੂ ਬਾਬਾ ਜੀ ਦੇ ਚਰਨਾਂ ਦੇ ਵਿੱਚ 554 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਣ ਵਾਸਤੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਗਤ ਗੁਰੂ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਬਾਕੀ ਦੇ ਜਿੰਨੇ ਇਤਿਹਾਸਕ ਸਥਾਨ ਹਨ, ਉਹਨਾਂ ਤੇ ਹਾਜ਼ਰੀ ਭਰਨ ਵਾਸਤੇ ਆਏ ਹਾਂ। ਗੁਰੂ ਘਰ ਵਿੱਚੋਂ ਸਿੱਖੀ ਪ੍ਰਾਪਤ ਕਰਨ ਵਾਸਤੇ ਆਏ ਹਾਂ। ਸਭ ਤੋਂ ਪਹਿਲਾਂ ਸਰਬੱਤ ਮਾਈ ਭਾਈ ਪ੍ਰੇਮ ਸਹਿਤ ਆ ਕੇ ਗੁਰੂ ਕੇ ਪ੍ਰੇਮ ਦੇ ਵਿੱਚ ਗੁਰੂ ਕੀ ਫਤਿਹ ਪ੍ਰਵਾਨ ਕਰੋ ਜੀ। ਪ੍ਰੇਮ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਿਕਰਮੀ ਸੰਮਤ 1526 ਕੱਤਕ ਮਹੀਨੇ ਦੀ ਪੂਰਨਮਾਸ਼ੀ ਅੰਮ੍ਰਿਤ ਵੇਲੇ ਬੁੱਧਵਾਰ ਵਾਲੇ ਦਿਨ ਰਾਏ ਭੋਏ ਦੀ ਤਲਵੰਡੀ ਬਾਰ ਦੇ ਇਲਾਕੇ ਦੇ ਵਿੱਚ ਬੇਦੀ ਕੁਲ ਦੇ ਅੰਦਰ ਧੰਨ ਧੰਨ ਪਿਤਾ ਮਹਿਤਾ ਕਲਿਆਣ ਚੰਦ ਜੀ, ਧੰਨ ਧੰਨ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ ਧਾਰਿਆ। ਗੁਰੂ ਜੀ ਦੇ ਪ੍ਰਕਾਸ਼ ਧਾਰਨ ਦੇ ਨਾਲ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਬਣ ਗਈ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ।
ਧੰਨ ਧੰਨ ਪਿਤਾ ਧੰਨ ਧੰਨ ਕੋਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ। ਹਰ ਸਤਿਗੁਰ ਮੇਲਹੁ ਦਇਆ ਕਰ, ਜਨ ਨਾਨਕ ਧੋਵੈ ਪਾਏ। ਜਗਤ ਗੁਰੂ ਜੀ ਨੇ ਬਚਪਨ ਦੇ 15 ਸਾਲ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਬਤੀਤ ਕੀਤੇ ਔਰ 15 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਮਹਾਰਾਜ ਸਾਹਿਬ ਜੀ ਸੁਲਤਾਨਪੁਰ ਲੋਧੀ ਦੀ ਇਸ ਧਰਤੀ ਤੇ ਆਏ, ਕਿਉਂਕਿ ਜਗਤ ਗੁਰੂ ਜੀ ਦੇ ਸਤਿਕਾਰਯੋਗ ਵੱਡੇ ਭੈਣ ਜੀ ਧੰਨ ਧੰਨ ਬੇਬੇ ਨਾਨਕੀ ਜੀ, ਜਿਨ੍ਹਾਂ ਦਾ ਰਿਸ਼ਤਾ ਰਾਏ ਬੁਲਾਰ ਜੀ ਨੇ ਕਰਵਾਇਆ ਭਾਈ ਜੈ ਰਾਮ ਜੀ ਦੇ ਨਾਲ। ਬੇਬੇ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਉਣਾ ਤੇ ਰਾਏ ਬੁਲਾਰ ਦੇ ਬੇਨਤੀ ਕਰਨ ਤੋਂ ਜਗਤ ਗੁਰੂ ਜੀ ਨੇ ਬਿਕਰਮੀ ਸੰਮਤ 1541 ਨੂੰ ਸੁਲਤਾਨਪੁਰ ਲੋਧੀ ਦੀ ਇਸ ਧਰਤੀ ਤੇ ਆ ਕਰਕੇ ਆਪਣੇ ਚਰਨਾਂ ਦੀ ਛੋਹ ਦੇ ਕਰਕੇ ਇਸ ਨਗਰੀ ਦੇ ਜਰੇ ਜਰੇ ਨੂੰ, ਇਸ ਦੇ ਕੋਨੇ ਕੋਨੇ ਨੂੰ ਪਵਿੱਤਰ ਕਰਨਾ। ਗੁਰੂ ਕੇ ਬਾਗ ਸਾਹਿਬ ਵਾਲੇ ਅਸਥਾਨ ਤੇ ਮਹਾਰਾਜ ਸਾਹਿਬ ਜੀ ਨੇ ਆਪਣਾ ਨਿਵਾਸ ਕੀਤਾ। ਇੱਥੇ ਰਹਿੰਦਿਆਂ ਹੋਇਆਂ ਮੋਦੀਖਾਨਾ ਕੀਤਾ, ਜਿੱਥੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੋਭਨੀਕ ਹੈ। ਤੇਰਾ ਤੇਰਾ ਕਹਿ ਕੇ ਸਭ ਦੀਆਂ ਝੋਲੀਆਂ ਭਰੀਆਂ ਔਰ ਦੱਸਿਆ ਕਿ ਧਰਮ ਦੀ ਕਿਰਤ ਦੇ ਵਿੱਚ ਵਾਧਾ ਹੁੰਦਾ ਹੈ, ਬਰਕਤ ਹੁੰਦੀ ਹੈ। ਲੋਕਾਂ ਨੇ ਆਖਿਆ ਵੀ ਤੇਰਾ ਤੇਰਾ ਕਹਿ ਕੇ ਸਭ ਦੀਆਂ ਝੋਲੀਆਂ ਭਰੀ ਜਾਂਦੇ ਹੋ, ਜਦੋਂ ਲੇਖਾ ਜੋਖਾ ਹੋਇਆ, ਹਿਸਾਬ ਕਿਤਾਬ ਹੋਇਆ ਤੇ ਘਾਟਾ ਪੈ ਜਾਵੇਗਾ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਘਾਟਾ ਮਨੁੱਖ ਨੂੰ ਉਦੋਂ ਪੈਂਦਾ ਜਦੋਂ ਇਹ ਮੇਰਾ ਮੇਰਾ ਕਰਦਾ ਹੈ। ਜਦੋਂ ਤੇਰਾ ਤੇਰਾ ਕਰੇ ਤੇ ਇਸ ਭਾਵ ਨੂੰ ਸਮਝ ਲਵੇ, ਫਿਰ ਤਾਂ ਨਫੇ ਵਿੱਚ ਜਾਂਦਾ, ਫਿਰ ਤਾਂ ਘਾਟੇ ਪੂਰੇ ਹੋ ਜਾਂਦੇ ਹਨ। ਮਹਾਰਾਜ ਨੇ ਰੋਜ਼ ਵੇਈ ਨਦੀ ਦੇ ਕੰਢੇ ਤੇ ਇੱਥੇ ਆਉਣਾ, ਅੰਮ੍ਰਿਤ ਵੇਲੇ ਦਾਤਨ ਕਰਨੀ, ਵੇਈ ਨਦੀ ਵਿੱਚ ਇਸ਼ਨਾਨ ਕਰਨਾ ਤੇ ਅੰਮ੍ਰਿਤ ਵੇਲੇ ਵੇਈ ਦੇ ਕੰਢੇ ਤੇ ਚੌਂਕੜਾ ਲਾ ਕਰਕੇ ਆਪਣੇ ਧਿਆਨ ਵਿੱਚ ਲੀਨ ਹੋਣਾ। ਇੱਕ ਦਿਨ ਸਿੱਖ ਨੇ ਮਹਾਰਾਜ ਸਾਹਿਬ ਜੀ ਨੂੰ ਬੇਰੀ ਦੀ ਦਾਤਨ ਭੇਟ ਕੀਤੀ। ਸਤਿਗੁਰੂ ਜੀ ਨੇ ਬੇਰੀ ਦੀ ਦਾਤਨ ਕਰਕੇ ਤੇ ਵੇਈ ਦੇ ਕੰਢੇ ਤੇ ਗੱਡੀ। ਉਹੀ ਜਗਤ ਗੁਰੂ ਬਾਬਾ ਜੀ ਦੀ ਬੇਰੀ ਦੀ ਕੀਤੀ ਹੋਈ ਦਾਤਨ ਸ੍ਰੀ ਬੇਰ ਸਾਹਿਬ ਬਣ ਗਈ। ਸਾਧ ਸੰਗਤ ਜੀ, ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹ ਬਚਨ ਲਿਖੇ ਕਿ ਮਹਾਰਾਜ ਮੋਦੀਖਾਨੇ ਤੋਂ ਇੱਥੇ ਚੱਲ ਕੇ ਆਏ ਤੇ ਬੇਰੀ ਦੀ ਦਾਤਨ ਕਰਕੇ ਗੱਡੀ, ਉਹ ਸ੍ਰੇਸ਼ਟ ਦਰਖਤ ਬਣ ਗਿਆ ਤੇ ਅੱਜ ਤੀਕ ਉਹ ਪਾਵਨ ਬੇਰੀ ਸੋਭਨੀਕ ਹੈ। ਆਪਣ ਤੇ ਚਲ ਨੀਰ ਕੇ ਤੀਰ ਪੈ, ਦੰਤਨ ਧਾਵਣ ਆਣ ਕਰੀ। ਗਾੜ ਦਈ ਧਰ ਹੋਤ ਭਇਓ ਤਰ ਹੈ, ਅਬ ਲਓ ਬਰ ਸੋ ਬਦਰੀ। ਕਿਸੇ ਪ੍ਰੇਮ ਵਾਲੇ ਨੇ ਬੜੀਆਂ ਸੋਹਣੀਆਂ 4 ਸਤਰਾਂ ਲਿਖੀਆਂ ਕਿ ਬੇਰੀ ਕਹਿੰਦੀ ਐ ਮੈਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੰਗਤ ਹੋ ਗਈ, ਮੈਂ ਹਰੀ ਭਰੀ ਹੋ ਗਈ। ਇੱਕ ਦਾਤਣ ਨੂੰ ਜਗਤ ਗੁਰੂ ਜੀ ਦੀ ਸੰਗਤ ਹੋ ਗਈ ਤੇ ਉਹ ਦਾਤਣ ਸ੍ਰੀ ਬੇਰ ਸਾਹਿਬ ਬਣ ਗਈ। ਗੁਰਮੁਖ ਦੇ ਬੋਲ ਹਨ ਭਾਵਨਾ ਦੇ ਵਿੱਚ ਕਿ ਬੇਰੀ ਕਹਿੰਦੀ ਹੈ ਮੇਰੇ ਜਹੀਆਂ ਬੇਰੀਆਂ ਬਥੇਰੀਆਂ ਸੀ ਜਾਗੇ ਉੱਤੇ, ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜੀਕ ਹੈ। ਕੋਲੇ ਹੋ ਕੇ ਸੜ ਗਈਆਂ, ਬੁੱਢੀਆਂ ਹੋ ਮਰ ਗਈਆਂ, ਬੱਕਰੀਆਂ ਚਰ ਗਈਆਂ, ਬਚਨ ਇਹ ਠੀਕ ਹੈ। ਮੈਂ ਹਰੀ ਭਰੀ ਸਤਿਕਾਰਯੋਗ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੂੰ 500 ਤੋਂ ਵਧੇਕ ਹੈ। ਗੁਰੂ ਨਾਨਕ ਦੀ ਸੰਗਤ ਦਾ ਫਲ ਇਹ ਖਾਲਸਾ ਜੀ, ਦੇਮ ਦਾ ਉਗਾਹੀ ਪੱਤ ਪੱਤ ਮੇਰਾ ਠੀਕ ਹੈ। ਮੇਰਾ ਪੱਤਾ ਪੱਤਾ ਹਰਿਆ ਭਰਿਆ ਤੇ ਠੀਕ ਠਾਕ ਉਗਾਈ ਭਰ ਰਿਹਾ ਹੈ। 554 ਸਾਲਾ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ ਕਿ ਮੈਂ ਅੱਜ ਤੀਕ ਹਰੀ ਭਰੀ ਆ ਤੇ ਮੇਰੇ ਨਾਂ ਦੇ ਉੱਤੇ ਗੁਰੂ ਕੇ ਖਾਲਸੇ ਪੰਥ ਨੇ, ਗੁਰੂ ਕੀ ਸੰਗਤ ਨੇ ਗੁਰੂ ਕੇ ਪਾਵਨ ਦਰਬਾਰ ਦਾ ਨਾਮਕਰਨ ਕੀਤਾ, ਗੁਰਦੁਆਰਾ ਸ੍ਰੀ ਬੇਰ ਸਾਹਿਬ।
ਅੱਜ ਸੰਗਤਾਂ ਆ ਕੇ ਮੈਨੂੰ ਵੀ ਸੀਸ ਝੁਕਾਉਂਦੀਆਂ ਹਨ, ਤੇ ਉਹ ਬੇਰੀ ਕਹਿੰਦੀ ਹੈ ਮੈਨੂੰ ਹੀ ਨਹੀਂ ਸੀਸ ਝੁਕਦੇ, ਇਹ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਰਕਤ ਨੂੰ ਨਮਸਕਾਰਾਂ ਕਰਦੀਆਂ ਹਨ। ਵੀ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਤਾਂ ਜਿਸ ਮਿੱਟੀ ਤੇ ਆਪਣਾ ਚਰਨ ਰੱਖਦੇ ਹੋ, ਇਹ ਮਿੱਟੀ ਵੀ ਪੂਜਣ ਵਾਲੀ ਬਣ ਜਾਂਦੀ ਹੈ। ਸਾ ਧਰਤੀ ਭਈ ਹਰਿਆਵਲੇ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਇਥੋਂ ਹੀ ਵੇਈ ਚ ਮਹਾਰਾਜ ਨੇ ਚੁੱਭੀ ਲਾਉਣੀ ਤੇ 3 ਦਿਨ ਅਲੋਪ ਰਹਿਣਾ, ਤੇ ਸ੍ਰੀ ਸੰਤ ਘਾਟ ਸਾਹਿਬ ਵਾਲੇ ਅਸਥਾਨ ਤੋਂ ਪ੍ਰਗਟ ਹੋਣਾ। ਪ੍ਰੇਮੀਆਂ ਨੇ ਪੁੱਛਣਾ ਮਹਾਰਾਜ 3 ਦਿਨ ਕਿੱਥੇ ਰਹੇ ਹੋ? ਆਖਿਆ ਸੱਚਖੰਡ ਗਏ ਸਾਂ, ਕਰਤਾਰ ਦੀ ਦਰਗਾਹ ਗਏ ਸਾਂ। ਜਿਵੇਂ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਲਿਖਦੇ, ਬਾਬਾ ਪਹਿਦਾ ਸੱਚਖੰਡ, 9 ਨਿਧ ਨਾਮ ਗਰੀਬੀ ਪਾਈ। ਸ੍ਰੀ ਸੰਤ ਘਾਟ ਸਾਹਿਬ ਵਾਲੇ ਅਸਥਾਨ ਤੇ ਜਗਤ ਗੁਰੂ ਬਾਬਾ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ। ਉੱਥੋਂ ਹੀ ਮਹਾਰਾਜ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਭਰੋਆਣੇ ਨਗਰ ਵਿੱਚ ਭੇਜ ਕੇ ਤੇ ਸੰਤ ਫਿਰੰਦਾ ਜੀ ਦੇ ਪਾਸੋਂ ਰਬਾਬ ਮੰਗਵਾਈ, ਤੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਭਾਈ ਮਰਦਾਨਾ ਜੀ ਨੇ ਪਹਿਲੀ ਵਾਰੀ ਰਬਾਬ ਵਜਾਈ ਜਗਤ ਗੁਰੂ ਜੀ ਦੀ ਹਜ਼ੂਰੀ ਵਿੱਚ। ਤੇ ਕੀਰਤਨ ਦੀ ਆਰੰਭਤਾ ਵੀ ਇੱਥੋਂ ਮਹਾਰਾਜ ਸਾਹਿਬ ਜੀ ਨੇ ਕੀਤੀ। ਔਰ ਸਾਧ ਸੰਗਤ ਜੀ, ਇਸੇ ਧਰਤੀ ਤੋਂ ਹੀ ਮਹਾਰਾਜ ਸਾਹਿਬ ਜੀ ਦੀ ਬਰਾਤ ਚੜੀ ਤੇ ਬਟਾਲੇ ਪਹੁੰਚੇ। ਜਗਤ ਮਾਤਾ ਸੁਲੱਖਣੀ ਜੀ ਦੇ ਨਾਲ ਵਿਆਹ ਹੋਇਆ, ਆਨੰਦ ਕਾਰਜ ਹੋਇਆ। ਇਸੇ ਹੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰੂ ਕੇ ਬਾਗ ਸਾਹਿਬ ਵਾਲੇ ਅਸਥਾਨ ਤੇ ਜਗਤ ਗੁਰੂ ਜੀ ਦੇ ਵਿਆਹ ਤੋਂ 7 ਸਾਲ ਬਾਅਦ 18 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਜਗਤ ਗੁਰੂ ਜੀ ਦਾ ਵਿਆਹ ਹੋਇਆ ਮਾਤਾ ਸੁਲੱਖਣੀ ਜੀ ਦੇ ਨਾਲ, ਬਿਕਰਮੀ ਸੰਮਤ 1544 ਦੇ ਵਿੱਚ। ਤੇ ਵਿਆਹ ਤੋਂ 7 ਸਾਲ ਬਾਅਦ ਵੱਡਾ ਸਾਹਿਬਜ਼ਾਦਾ ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਪ੍ਰਗਟ ਹੋਏ। ਉਹਨਾਂ ਤੋਂ 2 ਸਾਲ ਬਾਅਦ ਧੰਨ ਧੰਨ ਬਾਬਾ ਲਖਮੀ ਦਾਸ ਸਾਹਿਬ ਜੀ ਪ੍ਰਗਟ ਹੋਏ। ਤੇ ਜਦੋਂ ਜਗਤ ਗੁਰੂ ਬਾਬਾ ਜੀ ਦੀ 28 ਸਾਲ ਦੀ ਸਰੀਰ ਕਾਰਬਲਾ ਹੋਈ, ਤੇ ਇਸੇ ਧਰਤੀ ਤੋਂ ਜਿਸ ਦੇ ਜਰੇ ਜਰੇ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨਾਂ ਦੀ ਛੋਹ ਦੇ ਕਰਕੇ ਪਾਵਨ ਕੀਤਾ, ਗੁਰੂ ਕੀ ਯਾਦ ਵਿੱਚ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਸੋਭਨੀਕ ਹੈ, ਸ੍ਰੀ ਅੰਤਰਜਾਮਤਾ ਸਾਹਿਬ ਸੋਭਨੀਕ ਹੈ। ਤੋਂ ਮਹਾਰਾਜ ਸਾਹਿਬ ਜੀ ਨੇ 28 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਮੋਦੀ ਖਾਨਾ ਤਿਆਗ ਕੇ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਇੱਥੋਂ ਪਹਿਲੀ ਉਦਾਸੀ ਆਰੰਭ ਕੀਤੀ। ਤੇ ਫਿਰ 4 ਚੱਕਾਂ ਦੇ ਵਿੱਚ ਵਿਚਰੇ ਮਹਾਰਾਜ ਸਾਹਿਬ ਜੀ। ਕਿੱਥੇ ਕਿੱਥੇ ਗਏ ਉਹ ਸਾਧ ਸੰਗਤ ਜੀ ਕੋਈ ਗਿਣਤੀ ਮਿਣਤੀ ਨਹੀਂ ਕਰ ਸਕਦਾ। ਜਿਹੜਾ ਐਸ ਧਰਤੀ ਦਾ ਸਫ਼ਰ ਹੈ ਨਾ, ਉਹ ਤਾਂ ਕਈਆਂ ਇਤਿਹਾਸਕਾਰਾਂ ਨੇ ਲਿਖਿਆ ਵਾ ਵੀ ਇੱਥੋਂ ਮਹਾਰਾਜ ਸਾਹਿਬ ਜੀ ਸੁਲਤਾਨਪੁਰ ਸਾਹਿਬ ਤੋਂ ਏਮਨਾਬਾਦ ਗਏ, ਇੰਨੇ ਮੀਲ ਸਫ਼ਰ ਬਣ ਜਾਂਦਾ ਹੈ। ਇਹ ਧਰਤੀ ਦਾ ਸਫ਼ਰ ਤਾਂ ਗਿਣਿਆ ਮਿਣਿਆ ਜਾ ਸਕਦਾ ਹੈ, ਤੇ ਮਹਾਰਾਜ ਤੇ ਲੱਖਾਂ ਪਤਾਲਾਂ ਵਿੱਚ ਤੇ ਲੱਖਾਂ ਆਕਾਸ਼ਾਂ ਵਿੱਚ ਵੀ ਗਏ। ਗੁਰੂ ਸਾਹਿਬ ਤੇ ਸਮੁੰਦਰਾਂ ਦੇ ਵਿੱਚ ਵੀ, ਤੇ ਪਹਾੜਾਂ ਤੇ ਵੀ ਗਏ, ਸੁਮੇਰ ਪਰਬਤ ਤੇ ਵੀ ਗਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿੱਥੇ ਕਿੱਥੇ ਗਏ, ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ 'ਚ ਜ਼ਿਕਰ ਕੀਤਾ, ਗੜ ਬਗਦਾਦ ਨਿਵਾਏ ਕੈ ਮੱਕਾ ਮਦੀਨਾ ਸਭ ਨਿਵਾਇਆ, ਸਿੱਧ 84 ਮੰਡਲੀ ਖੜ ਦਰਸ਼ਨ ਪਾਖੰਡ ਜਿਣਾਇਆ, ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਇਆ, ਜਿੱਤੀ ਨਵਖੰਡ ਮੇਦਨੀ ਸਤ ਨਾਮ ਦਾ ਚੱਕਰ ਫਿਰਾਇਆ, ਦੇਵ ਦਾਨੋ ਰਾਖਸ਼ ਦੈਂਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ, ਇੰਦਰਾਸਣ ਆਪਸ਼ਰਾਂ ਰਾਗ ਰਾਗਣੀ ਮੰਗਲ ਗਾਇਆ, ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰ ਨਾਨਕ ਆਇਆ, ਹਿੰਦੂ ਮੁਸਲਮਾਨ ਨਿਵਾਇਆ। ਮਹਾਰਾਜ ਸਾਹਿਬ ਜੀ ਮੱਕੇ ਮਦੀਨੇ ਸਭ ਥਾਵਾਂ ਤੇ ਗਏ, ਤੇ ਹਰ ਇੱਕ ਥਾਂ ਤੇ ਵਿਚਰ ਕਰਕੇ ਸੰਸਾਰ ਦੇ ਭੁੱਲੇ ਭਟਕੇ ਜੀਵਾਂ ਨੂੰ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਦੇ ਨਾਲ ਜੋੜਿਆ, ਤੇ ਉਪਦੇਸ਼ ਦਿੱਤਾ ਕਿ ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ, ਸਾਬਤ ਸੂਰਤ ਹੋਵੋ। ਜਦੋਂ ਮੱਕੇ ਮਹਾਰਾਜ ਸਾਹਿਬ ਜੀ ਪਹੁੰਚੇ ਨਾ, ਉੱਥੇ ਮਹਾਰਾਜ ਸਾਹਿਬ ਜੀ ਦੇ ਨਾਲ ਗੋਸ਼ਟੀ ਹੋਈ। ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਹੁਣੇ ਹੀ ਭਾਈ ਸਾਹਿਬ ਜੀ ਇਹ ਕੀਰਤਨ ਸਾਨੂੰ ਸਰਵਣ ਕਰਵਾ ਰਹੇ ਸਨ।
ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ, ਸ਼ੁਭ ਅਮਲਾ ਬਾਝੋ ਦੋਨੋਂ ਰੋਈ। ਉਹਨਾਂ ਨੇ ਪੁੱਛਿਆ ਜੀ ਦੱਸੋ ਸਾਨੂੰ, ਹਿੰਦੂ ਧਰਮ ਵੱਡਾ ਹੈ ਕਿ ਮੁਸਲਮਾਨ ਧਰਮ ਵੱਡਾ ਹੈ? ਮਹਾਰਾਜ ਕਹਿਣ ਲੱਗੇ ਕੋਈ ਕਿਸੇ ਦੇ ਘਰ ਵਿੱਚ ਪੈਦਾ ਹੋ ਕੇ ਵੱਡਾ ਤੇ ਮਹਾਨ ਨਹੀਂ ਬਣ ਸਕਦਾ ਜਿੰਨਾ ਚਿਰ ਉਹਦੇ ਪੱਲੇ ਸ਼ੁਭ ਅਮਲ ਨਹੀਂ ਹਨ, ਜਿੰਨਾ ਚਿਰ ਨੇਕੀ ਨਹੀਂ ਹੈ, ਚੰਗਿਆਈ ਨਹੀਂ ਹੈ, ਜਿੰਨਾ ਚਿਰ ਪੱਲੇ 'ਚ ਪਰਮੇਸ਼ਰ ਦਾ ਨਾਮ ਨਹੀਂ ਹੈ, ਕੋਈ ਕਿਸੇ ਦੇ ਘਰ ਵਿੱਚ ਪੈਦਾ ਹੋ ਕਰਕੇ ਵੱਡਾ ਨਹੀਂ ਬਣ ਸਕਦਾ। ਬਾਬਾ ਆਖੇ ਹਾਜੀਆਂ, ਸ਼ੁਭ ਅਮਲਾ ਬਾਝੋ ਦੋਨੋਂ ਰੋਈ। ਸ਼ੁਭ ਅਮਲਾਂ ਤੋਂ ਬਿਨਾ, ਸ਼ੁਭ ਕਰਮਾਂ ਤੋਂ ਬਿਨਾ ਦੋਨਾਂ ਨੂੰ ਰੋਣਾ ਪਵੇਗਾ ਕਰਤਾਰ ਦੀ ਦਰਗਾਹ ਦੇ ਵਿੱਚ। ਜਗਤ ਗੁਰੂ ਜੀ ਨੇ ਆਪਣੀ ਰਸਨਾ ਤੋਂ 19 ਰਾਗਾਂ ਦੇ ਵਿੱਚ ਸਾਧ ਸੰਗਤ ਜੀ ਬਾਣੀ ਉਚਾਰਨ ਕੀਤੀ ਹੈ। ਮਹਾਰਾਜ ਸਾਹਿਬ ਜੀ ਨੇ ਸਾਨੂੰ ਮੂਲ ਮੰਤਰ ਦੀ ਦਾਤ ਬਖਸ਼ਿਸ਼ ਕੀਤੀ, ਗੁਰ ਮੰਤਰ ਦੀ ਦਾਤ ਬਖਸ਼ਿਸ਼ ਕੀਤੀ। ਦੁਨੀਆ ਦੇ ਵਿੱਚ ਮੰਤਰ ਕਈ ਹਨ ਸਾਧ ਸੰਗਤ ਜੀ, ਤਰ੍ਹਾਂ ਤਰ੍ਹਾਂ ਦੇ ਮੰਤਰ ਵਾ, ਕੋਈ ਮੰਤਰਾਂ ਦੀ ਕੋਈ ਗਿਣਤੀ ਘੱਟ ਨਹੀਂ ਸੰਸਾਰ ਦੇ ਵਿੱਚ। ਪਰ ਜਿਹੜਾ ਮੰਤਰ ਜਗਤ ਗੁਰੂ ਬਾਬਾ ਜੀ ਨੇ ਦਿੱਤਾ, ਉਸ ਮੰਤਰ ਵਰਗਾ ਕੋਈ ਮੰਤਰ ਨਹੀਂ ਹੈ ਸੰਸਾਰ ਵਿੱਚ। ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿੱਥੇ ਆਪ ਸਭ ਨਾਲੋਂ ਵੱਡੇ ਆ। ਆਪਾਂ ਬਾਣੀ ਦੇ ਬਚਨ ਪੜ੍ਹਦੇ ਆ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਪੰਜਵੇਂ ਪਾਤਸ਼ਾਹ ਦੇ ਪਾਵਨ ਬੋਲ। ਭਾਈ ਗੁਰਦਾਸ ਸਾਹਿਬ ਜੀ ਨੂੰ ਸੰਗਤ ਨੇ ਪੁੱਛਿਆ, ਭਾਈ ਸਾਹਿਬ ਜੀ ਇਹ ਪੰਕਤੀਆਂ ਤੇ ਕਈ ਵਾਰੀ ਪੜ੍ਹੀਆਂ ਤੇ ਸੁਣੀਆਂ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੁਸੀਂ ਗੁਰੂ ਘਰ ਦੇ ਲਿਖਾਰੀ ਵੀ ਹੋ, ਗੁਰਬਾਣੀ ਲਿਖਣ ਵਾਲੇ, ਤੇ ਤੁਸੀਂ ਗੁਰੂ ਘਰ ਦੇ ਵਿਆਖਿਆਕਾਰ ਕਥਾਵਾਚਕ ਵੀ ਹੋ। ਸਾਨੂੰ ਦੱਸੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿੰਨੇ ਕੁ ਵੱਡੇ ਆ? ਤੇ ਭਾਈ ਗੁਰਦਾਸ ਸਾਹਿਬ ਜੀ ਨੇ ਸਾਧ ਸੰਗਤ ਜੀ ਕਬਿਤ ਸਵਈਆਂ 'ਚ ਜ਼ਿਕਰ ਕੀਤਾ। ਕਹਿੰਦੇ ਗੁਰ ਸੰਗਤ ਜੀ, ਜਿਸ ਪਰਮੇਸ਼ਰ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਦਾ ਵਾਸਾ ਹੈ, ਜਦੋਂ ਉਸ ਪਰਮੇਸ਼ਰ ਵਾਹਿਗੁਰੂ ਜੀ ਨੇ ਮਨੁੱਖਾ ਸਰੂਪ ਧਾਰਿਆ ਇਸ ਕਲਯੁਗ ਦੇ ਵਿੱਚ, ਤਾਂ ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਰੂਪ ਵਿੱਚ ਪ੍ਰਗਟ ਹੋਏ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸੇ ਅਵਤਾਰ ਧਾਰ ਦਰਸ ਦਿਖਾਏ ਹੈ। ਮਨੁੱਖਾ ਅਵਤਾਰ ਧਾਰ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਜੀ ਨੇ ਦਰਸ਼ਨ ਦਿੱਤੇ ਆ। ਬਾਣੀ 'ਚ ਬਚਨ ਪੜ੍ਹਦੇ ਆ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਜੋਤੀ ਸਰੂਪ ਨੇ ਆਪ ਗੁਰੂ ਨਾਨਕ ਸਾਹਿਬ ਕਹਾਇਆ ਹੈ। ਹੋਰ ਕੋਈ ਦੇਵੀ ਦਾ, ਕੋਈ ਦੇਵਤੇ ਦਾ ਅਵਤਾਰ ਨਹੀਂ ਮਹਾਰਾਜ ਸਾਹਿਬ ਜੀ। ਜਦੋਂ ਸਮਾਂ ਸੀ ਤੇ ਵੱਖ-ਵੱਖ ਅਵਤਾਰ ਭੇਜੇ ਸੰਸਾਰ ਤੇ, ਨਿਤ ਅਵਤਾਰ, ਨਿਮਿਤ ਅਵਤਾਰ, ਹੰਸਾ ਅਵਤਾਰ, ਅਵੇਸਾ ਅਵਤਾਰ, ਕਲਾ ਅਵਤਾਰ, 14 ਕਲਾ, 16 ਕਲਾ। ਪਰ ਜਿਸ ਵੇਲੇ ਕਲਯੁਗ ਦਾ ਸਮਾਂ ਆਇਆ ਤੇ ਫਿਰ ਪਰਮੇਸ਼ਰ ਵਾਹਿਗੁਰੂ ਜੀ ਨੇ ਵਿਚਾਰਿਆ ਵੀ ਹੁਣ ਕਿਸੇ ਨੂੰ ਭੇਜਿਆ ਗੱਲ ਨਹੀਂ ਬਣਨੀ, ਹੁਣ ਮੈਂ ਆਪ ਹੀ ਚੱਲ ਕੇ ਜਾਵਾਂ। ਅਵਤਾਰਾਂ ਨੂੰ ਭੇਜਣ ਵਾਲੇ ਫਿਰ ਆਪ ਨਿਰੰਕਾਰ ਆਏ। ਆਪ ਨਰਾਇਣ ਕਲਾ ਧਾਰ, ਜਗ ਮਹਿ ਪਰਵਰਿਆਓ, ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਤੋ ਜੋਤੀ ਸਰੂਪ ਪਰਮੇਸ਼ਰ ਆਪ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ। ਹੁਣ ਪਰਮੇਸ਼ਰ ਤੋਂ ਕਿਹੜਾ ਵੱਡਾ ਹੋ ਸਕਦਾ ਹੈ? ਤੋ ਸਤਿਗੁਰੂ ਮਹਾਰਾਜ ਜਿੱਥੇ ਆਪ ਵੱਡੇ ਆ, ਉਥੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਗੁਰ ਮੰਤਰ ਵੀ ਮਹਾਨ ਹੈ। ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਮੂਲ ਮੰਤਰ ਵੀ ਸਾਰੇ ਮੰਤਰਾਂ ਨਾਲੋਂ ਵੱਡਾ ਹੈ। ਬਾਕੀ ਜਿੰਨੇ ਦੁਨੀਆ ਦੇ ਮੰਤਰ ਉਹ ਨਿੱਕੇ ਨਿੱਕੇ ਮੰਤਰ ਆ, ਤੇ ਮਹਾਰਾਜ ਸਾਹਿਬ ਜੀ ਦਾ ਜਿਹੜਾ ਗੁਰ ਮੰਤਰ ਤੇ ਮੂਲ ਮੰਤਰ ਹੈ, ਇਹ ਰਾਜਾ ਮੰਤਰ ਹੈ ਸਾਰਿਆਂ ਦਾ। ਰਾਜਾ ਮੰਤਰ ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਵਿੱਚ ਲਿਖਿਆ ਵੀ ਜਿਹੜਾ ਮੰਤਰ ਮਹਾਰਾਜ ਨੇ ਦਿੱਤਾ ਨਾ, ਇਹ ਰਾਜਾ ਮੰਤਰ ਹੈ, ਸ਼੍ਰੋਮਣੀ ਹੈ। ਤੇ ਇੱਕ ਵਾਰੀ ਵੀ ਵਾਹਿਗੁਰੂ ਕਹੀਏ ਤੇ ਇਹਦਾ ਕਿੱਡਾ ਵੱਡਾ ਫਲ ਹੈ। ਜਿਵੇਂ ਬਾਣੀ ਦਾ ਬਚਨ ਹੈ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਦੇ ਬਰਾਬਰ ਕੋਈ ਸਾਧਨ ਨਹੀਂ ਪੁੱਜ ਸਕਦਾ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਜਗਤ ਗੁਰੂ ਜੀ ਦੇ ਗੁਰ ਮੰਤਰ ਦਾ ਜ਼ਿਕਰ ਕਰਦਿਆਂ ਆਖਿਆ ਵੀ ਇੱਕ ਵਾਰੀ ਵੀ ਭਾਵਨਾ ਨਾਲ ਵਾਹਿਗੁਰੂ ਆਖੀਏ ਤੇ ਕਿੰਨਾ ਕੁ ਫਲ ਮਿਲਦਾ ਹੈ। ਜੈਸੇ 68 ਤੀਰਥ ਪਰਸ ਕੀਓ, ਜੁਗ 4 ਚਰਿਓ ਕੈਲਾਸ ਰਹਿਓ। ਜਿਵੇਂ ਕੋਈ 68 ਤੀਰਥਾਂ ਦਾ ਦਰਸ਼ਨ ਕਰ ਲਵੇ, ਇਸ਼ਨਾਨ ਕਰ ਲਵੇ,
ਤੇ 4 ਯੁੱਗ ਕੈਲਾਸ਼ ਪਰਬਤ ਤੇ ਚੜ ਕਰਕੇ ਉੱਥੇ ਰਹਿ ਕੇ ਤਪੱਸਿਆ ਕਰੇ, ਜੋ ਉਸ ਨੂੰ ਫਲ ਮਿਲਦਾ ਹੈ। ਜੈਸੇ लाख बार कुरुक्षेत्र में असमेत जग अभंग ठयो। जग ते एक करना ही बड़ा औखा है, पर जे कोई ਲੱਖਾਂ ਵਾਰੀ ਕੁਰਸ਼ੇਤਰ ਦੀ ਧਰਤੀ ਤੇ ਜਿੱਥੇ ਮਹਾਭਾਰਤ ਦਾ ਯੁੱਧ ਹੋਇਆ ਹੈ ਉੱਥੇ ਅਸਮੇਤ ਜਗ ਕਰੇ ਤੇ ਜਿਹੜਾ ਉਹਨੂੰ ਕੋਈ ਪੁੰਨ ਫਲ ਮਿਲਦਾ ਹੈ। ਜੈਸੇ ਕੋਟ ਬਰਸ ਤਪ ਉਰਦਮੁਖੀ ਬੈ ਸੰਤਰ ਮੇ ਤਨ ਦਾਹ ਦਇਓ। ਜਿਵੇਂ ਕੋਈ ਕਰੋੜਾ ਸਾਲ ਆਪਣੀਆਂ ਲੱਤਾਂ ਤਾਂ ਦਰਖਤ ਨਾਲ ਬੰਨ ਲਵੇ ਤੇ ਸਿਰੇ ਠਾਣੂ ਕਰਕੇ ਤੇ ਕਪਾਲੀ ਆਸਨ ਲਾ ਕਰਕੇ ਪੁੱਠਾ ਲਟਕ ਕੇ ਆਲੇ ਦੁਆਲੇ ਅੱਗ ਬਾਲ ਕੇ ਧੂਣੀਆਂ ਲਾ ਕੇ ਤਪੱਸਿਆ ਕਰੇ। ਅਖੀਰ ਨੂੰ ਤਪੱਸਿਆ ਕਰਦਿਆਂ ਕਰੋੜਾਂ ਸਾਲ ਲੰਘਾ ਦਵੇ ਤੇ ਅਖੀਰ ਨੂੰ ਆਪਣਾ ਸਰੀਰ ਵੀ ਅੱਗ ਦੇ ਵਿੱਚ ਦਗਧ ਕਰ ਦਵੇ, ਸਾੜ ਦਵੇ। ਕਹਿੰਦੇ ਉਹਨੂੰ ਜਿਹੜਾ ਕੋਈ ਫਲ ਮਿਲਦਾ ਹੈ। ਇਹ 3 ਉਦਾਹਰਨਾਂ ਦੇ ਕੇ ਭਾਈ ਸਾਹਿਬ ਜੀ ਨੇ ਆਖਿਆ ਇਹਨਾਂ ਨਾਲੋਂ ਵੀ ਵਧੇਕ ਉਸ ਨੂੰ ਫਲ ਮਿਲਦਾ ਜਿਹੜਾ ਇੱਕ ਵਾਰੀ ਵਾਹਿਗੁਰੂ ਕਹਿੰਦਾ। जैसे 68 तीर्थ परस कियो जुग 4 चरियो कैलाश रहियो। जैसे लाख बार कुरुक्षेत्र में असमेत जग अभंग ठयो। जैसे कोट बरस तप उर्दमुखी बै संतर में तन दाह दयो। हुनि अमृत नाम विशेष इति जिन एक बार श्री वाहिगुरु कहियो। एक बारी सारी संगत माई भाई प्रेम सहित आखो जी गज के सतनाम श्री वाहिगुरु साहिब जी। एक बारी फिर सारे कहो जी सतनाम श्री वाहिगुरु साहिब जी। महाराज साहब जी ने सारे संसार तो नाम जपाया। जिथे सतगुरु आप महान हैं उथे गुरु का बख्शिया हुआ मूल मंत्र भी महान है, गुर मंत्र भी महान है। इस करके गुरु की संगत जी जदों असीं गुरु की सिक्खी प्राप्त करते हैं फिर श्री गुरु ग्रंथ साहिब जी की हजूरी विच 5 प्यारे सहबान सानू मूल मंत्र ते गुर मंत्र की दात बख्शिश करते हैं। ते फिर ये दात लै करके बख्शिश लै करके फिर इसनू गुरसिख ने जपना है। धन श्री गुरु नानक देव साहब महाराज ने 19 रागां दे विच अमृत बाणी उचारण कीती। ते सब तो पहली महाराज साहब जी की बाणी है जप, जिसनू आपां प्रेम सहित कहिंदे हां श्री जपजी साहिब। ते श्री गुरु ग्रंथ साहिब महाराज जी की यह पहली बाणी है। अमृत वेले 5 बाणियां दा नितनेम हर एक थां ते गुरसिख अमृत धारी माई भाई करदा है। गुरुद्वारा श्री बेर साहिब जी विखे भी अमृत वेले 5 बाणियां दा नितनेम रोज हुंदा है। हर एक पिंडां शहरां दे सारे अस्थानां ते 5 बाणियां दा नितनेम, संध्या वेले रहरा साहिब जी दा नितनेम, राती कीर्तन सोहले दा नितनेम गुरसिख करदे हन, करना भी है। 5 बाणियां जिस वेले खंडे बाटे दा अमृत तैयार हुंदा है ते 5 बाणियां पढ़ियां जांदियां ते सब तो पहली बाणी फिर जपजी साहिब दा पाठ हुंदा है। धन श्री गुरु नानक देव साहिब जी ने सानू अमृत बाणी बख्शिश कीती। साध संगत श्री जपजी साहिब दी पवित्र बाणी गुरु के पुरब ते आए आ। जेड़े अमृत धारी है वो साध संगत जी गुरु साहिब जी दे चरना च अरदास बेनती करके नितनेम रोज करिए। ते जिन्हां ने अज तक जपजी साहिब ही नहीं पढ़िया महाराज दे चरना च 554 साल ते श्री जपजी साहिब दी बख्शिश लैके जाइए। जपजी साहिब दा पाठ रोज करिया करिए। जे एक एक पौड़ी भी संथ्या करिए, एक एक पंक्ति भी कंठ करिए, ते जे अनपढ़ भी है ना आउंदे गुरपुरब तक एक एक अखर करके भी याद करन ते गुरबाणी दा जपजी साहिब दा पाठ कंठ हो जाएगा। साध संगत जी इतिहास में जिक्र आया है कि गुरु का सिख हो के जे उन्होंने जपजी साहिब भी कंठ नहीं ना कहते वो सिख इस तरह का है भी सिख तो है पर जिवें कली फाकी होवे ते विच चौलां दा दाना ही ना होवे, जे विच दाना ना होवे विच चौल ना होवे ते कल्ले छिलके दा बहुता मुल नहीं पैंदा। सिख गुरु का होए गयो जपजी कंठ ना कीन, तंदुल बिन तुख काम केहे तैसे सिख कौ चीन। इस करके गुरु बाबा जी ने सारे संसार विच विचरदियां भाई बाला जी ते भाई मरदाना जी नूं नाल लैके इथों आरंभता कीती सुल्तानपुर लोधी दी धरती तो। फिर बाबे तारे 4 चक 9 खंड पृथ्वी सच्चा ढोआ,
ਤੇ ਸ਼ਬਦ ਦਾ ਹੋਕਾ ਦਿੱਤਾ ਸਾਰਿਆਂ ਨੂੰ ਵੀ ਸ਼ਬਦ ਨਾਲ ਜੁੜ ਜਾਓ। ਮਹਾਰਾਜ ਨੇ ਆਖਿਆ ਗੁਰਬਾਣੀ ਸਤ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇਸ ਕਰਕੇ ਸੰਗਤ ਜੀ ਗੁਰੂ ਕੀ ਬਾਣੀ ਨਾਲ ਜੁੜੀਏ, ਗੁਰੂ ਕੀ ਸਿੱਖੀ ਨਾਲ ਜੁੜੀਏ। ਆਇਓ ਸੁਨਨ ਪੜਨ ਕਉ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਸਾਬਤ ਸੂਰਤ ਹੋ ਕੇ ਗੁਰੂ ਕੀ ਸਿੱਖੀ ਪ੍ਰਾਪਤ ਕਰਕੇ ਗੁਰੂ ਕੇ ਚਰਨਾਂ ਨਾਲ ਜੁੜ ਗਏ। ਬਹੁਤ ਬਹੁਤ ਧੰਨਵਾਦ ਗੁਰਮੁਖ ਪਿਆਰਿਆਂ ਦਾ, ਸਟੇਜ ਸੈਕਟਰੀ ਸਾਹਿਬਾਨ ਜੀ ਦਾ। ਸੋ ਸਾਰੀਆਂ ਸੰਗਤਾਂ ਨੂੰ ਜਗਤ ਗੁਰੂ ਬਾਬਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ 554 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਇੱਕ ਵਾਰੀ ਫੇਰ ਲੱਖ ਲੱਖ ਵਧਾਈਆਂ ਹੋਣ ਜੀ। ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੇਜ ਵੱਲੋਂ ਹਾਰਦਿਕ ਤੌਰ ਤੇ ਧੰਨਵਾਦ ਹੈ ਭਾਈ ਕਰਮਜੀਤ ਸਿੰਘ ਜੀ ਕਥਾਵਾਚਕ ਸਾਹਿਬ ਦਾ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਵਿੱਚ ਆਪ ਜੀ ਨੂੰ ਬਚਨ ਸਰਵਣ ਕਰਵਾਏ ਨੇ।